ਸਿੱਖ ਫਲਸਫੇ ਦੀ ਨੀਂਹ ਇੱਕ ਬੁਨਿਆਦੀ ਸਿਧਾਂਤ ਤੇ ਟਿਕੀ ਹੋਈ ਹੈ ਜਿਸ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਆਓ ਅੱਜ ਇਸ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਵੇਖੋ, ਸਿਰਫ ਇੱਕ ਇਹ ਤੁਕ ਇਸ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ ਅਤੇ ਇਹ ਇੱਕ ਪੂਰੇ ਧਰਮ ਦਾ ਮੂਲ ਪੱਥਰ ਹੈ। ਸੋਚੋ, ਕੁਝ ਹੀ ਸ਼ਬਦਾਂ ਵਿੱਚ ਇੱਕ ਪੂਰਾ ਦਾ ਪੂਰਾ ਦਾਰਸ਼ਨਿਕ ਬਿਆਨ। ਇਸ ਦੇ ਡੂੰਘਾਈ ਨੂੰ ਠੀਕ ਤਰ੍ਹਾਂ ਸਮਝਣ ਲਈ ਆਪਾਂ ਆਪਣੇ ਸਫ਼ਰ ਨੂੰ 6 ਹਿੱਸਿਆਂ ਵਿੱਚ ਵੰਡਾਂਗੇ। ਆਪਾਂ ਪਹਿਲਾਂ ਇਸ ਦੇ ਮੂਲ ਪੱਥਰ ਸਿਧਾਂਤ ਨੂੰ ਸਮਝਾਂਗੇ, ਫਿਰ ਬ੍ਰਹਮ ਦੀ ਵਿਆਖਿਆ, ਸੱਚਾਈ ਦੇ ਗੁਣ, ਇੱਕ ਬਹੁਤ ਹੀ ਜ਼ਰੂਰੀ ਸਵਾਲ ਉਹ ਕਿਹੜੇ ਰਾਹ ਨੇ ਜੋ ਮੰਜ਼ਿਲ ਤੱਕ ਨਹੀਂ ਪਹੁੰਚਾਉਂਦੇ, ਅਤੇ ਅਖੀਰ ਵਿੱਚ ਰੱਬੀ ਹੁਕਮ ਦਾ ਮਾਰਗ ਕੀ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਮੂਲ ਮੰਤਰ, ਇਸ ਤੋਂ ਬਾਅਦ ਆਉਣ ਵਾਲੀ ਮੁੱਖ ਬਾਣੀ ਜਪਜੀ ਤੋਂ ਇੱਕ ਵੱਖਰਾ ਅਤੇ ਬੁਨਿਆਦੀ ਸਿਧਾਂਤ ਹੈ। ਇਹ ਇੱਕ ਤਰ੍ਹਾਂ ਨਾਲ ਵਿਸ਼ਵਾਸ ਦਾ ਸਭ ਤੋਂ ਬੁਨਿਆਦੀ ਐਲਾਨ ਹੈ। ਇਹ ਉਸ ਪਰਮ ਸੱਚਾਈ ਦੇ ਅਸਲ ਸਰੂਪ ਨੂੰ ਪਰਿਭਾਸ਼ਿਤ ਕਰਦਾ ਹੈ ਜਿਸ ਤੇ ਸਾਰਾ ਦਰਸ਼ਨ ਟਿਕਿਆ ਹੋਇਆ ਹੈ। ਸਾਰਾ ਦਾ ਸਾਰਾ ਸਿੱਖ ਦਰਸ਼ਨ ਇੱਕੋ ਹੀ ਬਹੁਤ ਸ਼ਕਤੀਸ਼ਾਲੀ ਚਿੰਨ੍ਹ ਨਾਲ ਸ਼ੁਰੂ ਹੁੰਦਾ ਹੈ, ਇੱਕ ਓਅੰਕਾਰ। ਹੁਣ ਕਮਾਲ ਦੀ ਗੱਲ ਇਹ ਹੈ ਕਿ ਇਹ ਚਿੰਨ੍ਹ 3 ਵੱਖ-ਵੱਖ ਹਿੱਸਿਆਂ ਤੋਂ ਮਿਲ ਕੇ ਬਣਿਆ ਹੈ। ਪਹਿਲਾ ਹੈ 1, ਯਾਨੀ ਅੰਕ 1, ਜੋ ਦੱਸਦਾ ਹੈ ਕਿ ਉਹ ਹਸਤੀ ਇੱਕ ਹੈ, ਉਸ ਵਿੱਚ ਕੋਈ ਵੰਡ ਨਹੀਂ। ਫਿਰ ਆਉਂਦਾ ਹੈ ਓਮ, ਜੋ ਉਸ ਰਚਨਾਤਮਕ ਸ਼ਕਤੀ ਵੱਲ ਇਸ਼ਾਰਾ ਕਰਦਾ ਹੈ, ਅਤੇ ਅਖੀਰ ਵਿੱਚ ਹੈ ਕਾਰ, ਜਿਸ ਦਾ ਮਤਲਬ ਹੈ ਨਿਰੰਤਰ, ਹਮੇਸ਼ਾ ਰਹਿਣ ਵਾਲਾ। ਸੋ ਜਦੋਂ ਇਹ ਤਿੰਨੇ ਤੱਤ ਮਿਲਦੇ ਹਨ ਤਾਂ ਇਹ ਇੱਕ ਇਹੋ ਜਿਹੀ ਹਸਤੀ ਦੀ ਤਸਵੀਰ ਪੇਸ਼ ਕਰਦੇ ਹਨ ਜੋ ਇੱਕ ਵੀ ਹੈ, ਸਦੀਵੀ ਵੀ ਹੈ ਅਤੇ ਗਤੀਸ਼ੀਲ ਵੀ ਹੈ। ਮਤਲਬ ਉਹ ਕੋਈ ਸਥਿਰ ਚੀਜ਼ ਨਹੀਂ, ਬਲਕਿ ਹਮੇਸ਼ਾ ਕੰਮ ਕਰਨ ਵਾਲੀ ਇੱਕ ਸਰਵ-ਵਿਆਪਕ ਸ਼ਕਤੀ ਹੈ। ਅੱਛਾ, ਇੱਕ ਓਂਕਾਰ ਨੂੰ ਸਮਝਣ ਤੋਂ ਬਾਅਦ ਹੁਣ ਮੰਤਰ ਅੱਗੇ ਵਧਦਾ ਹੈ ਅਤੇ ਉਸ ਬ੍ਰਹਮ ਦੀ ਇੱਕ ਹੋਰ ਵੀ ਸੰਪੂਰਨ ਤਸਵੀਰ ਸਾਡੇ ਸਾਹਮਣੇ ਰੱਖਦਾ ਹੈ। ਫਿਰ ਮੰਤਰ ਉਸ ਇੱਕ ਸੱਚਾਈ ਦੇ ਮੁੱਖ ਗੁਣ ਗਿਣਾਉਂਦਾ ਹੈ ਕਿ ਉਸ ਦਾ ਨਾਮ ਸੱਚ ਹੈ, ਉਹ ਸਭ ਕੁਝ ਬਣਾਉਣ ਵਾਲਾ ਕਰਤਾ ਪੁਰਖ ਹੈ, ਉਹ ਨਿਰਭਉ ਹੈ ਯਾਨੀ ਉਸ ਨੂੰ ਕੋਈ ਡਰ ਨਹੀਂ, ਤੇ ਨਿਰਵੈਰ ਹੈ ਯਾਨੀ ਉਸ ਦਾ ਕਿਸੇ ਨਾਲ ਵੈਰ ਨਹੀਂ। ਉਹ ਅਕਾਲ ਮੂਰਤ ਹੈ, ਸਮੇਂ ਦੀ ਪਕੜ ਤੋਂ ਬਾਹਰ, ਅਜੂਨੀ ਮਤਲਬ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ, ਸੈਭੰ ਯਾਨੀ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਅਤੇ ਅਖੀਰ ਵਿੱਚ ਉਹ ਗੁਰਪ੍ਰਸਾਦ ਹੈ ਯਾਨੀ ਗੁਰੂ ਦੀ ਕਿਰਪਾ ਨਾਲ ਹੀ ਉਸ ਨੂੰ ਪਾਇਆ ਜਾ ਸਕਦਾ ਹੈ। ਇੱਥੇ ਭਾਸ਼ਾ ਦੀ ਬਾਰੀਕੀ ਵੇਖੋ ਕਿੰਨੀ ਕਮਾਲ ਦੀ ਹੈ। ਅਕਾਲ ਮੂਰਤ ਵਿੱਚ ਤ ਨੂੰ ਸਿਹਾਰੀ ਹੈ, ਜਿਸ ਦਾ ਮਤਲਬ ਹੈ ਸਰੂਪ ਜਾਂ ਆਕਾਰ। ਜੇ ਸਿਰਫ ਸਿਹਾਰੀ ਹਟਾ ਕੇ ਮੂਰਤ ਤੋਂ ਲਿਖਿਆ ਜਾਵੇ ਤਾਂ ਉਸ ਦਾ ਅਰਥ ਬਦਲ ਕੇ ਸਮੇਂ ਦਾ ਇੱਕ ਪਲ ਹੋ ਜਾਂਦਾ ਹੈ। ਇੱਕ ਛੋਟੇ ਜਿਹੇ ਸਵਰ ਚਿੰਨ੍ਹ ਨਾਲ ਅਰਥ ਵਿੱਚ ਕਿੰਨਾ ਵੱਡਾ ਫਰਕ ਪੈ ਜਾਂਦਾ ਹੈ। ਤਾਂ ਉਸ ਪਰਮ ਸੱਚਾਈ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਨ ਤੋਂ ਬਾਅਦ ਬਾਣੀ ਇੱਕ ਬਹੁਤ ਹੀ ਡੂੰਘੇ ਮਨੁੱਖੀ ਸਵਾਲ ਵੱਲ ਮੁੜਦੀ ਹੈ। ਮੂਲ ਮੰਤਰ ਤੋਂ ਤੁਰੰਤ ਬਾਅਦ ਜਪੁਜੀ ਸਾਹਿਬ ਦੀ ਸ਼ੁਰੂਆਤ ਇਸੇ ਸਵਾਲ ਨਾਲ ਹੁੰਦੀ ਹੈ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੈ ਪਾਲ, ਮਤਲਬ ਕੋਈ ਇਨਸਾਨ ਸੱਚਾ ਕਿਵੇਂ ਬਣ ਸਕਦਾ ਹੈ, ਉਸਦੇ ਅਤੇ ਸੱਚ ਦੇ ਵਿਚਕਾਰ ਜੋ ਛੂਟ ਦੀ ਕੰਧ ਹੈ ਉਹ ਕਿਵੇਂ ਟੁੱਟ ਸਕਦੀ ਹੈ। ਪਰ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਬਾਣੀ ਉਸ ਸਮੇਂ ਦੇ ਜੋ ਆਮ ਤੌਰ ਤੇ ਮੰਨੇ ਪ੍ਰਮੰਨੇ ਅਧਿਆਤਮਿਕ ਰਸਤੇ ਸਨ, ਉਹਨਾਂ ਨੂੰ ਇੱਕ-ਇੱਕ ਕਰਕੇ ਨਕਾਰਦੀ ਹੈ। ਪਹਿਲਾਂ ਇਹ ਵਿਚਾਰ ਰੱਦ ਕੀਤਾ ਜਾਂਦਾ ਹੈ ਕਿ ਬਾਹਰੀ ਸ਼ੁੱਧਤਾ ਨਾਲ ਅੰਦਰ ਦੀ ਸ਼ੁੱਧਤਾ ਹੋ ਸਕਦੀ ਹੈ। ਕਿਹਾ ਗਿਆ ਹੈ ਕਿ ਲੱਖਾਂ ਵਾਰ ਤੀਰਥਾਂ ਤੇ ਨਹਾਉਣ ਨਾਲ ਵੀ ਮਨ ਦੀ ਮੈਲ ਨਹੀਂ ਉਤਰਦੀ। ਇਸ ਤੋਂ ਅੱਗੇ ਤਪਸਵੀ ਬਣ ਕੇ ਜ਼ਬਰਦਸਤੀ ਚੁੱਪ ਰਹਿਣ ਨੂੰ ਵੀ ਨਕਾਰਿਆ ਗਿਆ ਹੈ। ਕਿਹਾ ਹੈ ਕਿ ਲਗਾਤਾਰ ਸਮਾਧੀ ਲਾ ਕੇ ਬੈਠਣ ਨਾਲ ਵੀ ਮਨ ਦੀ ਅਸਲ ਸ਼ਾਂਤੀ ਨਹੀਂ ਮਿਲਦੀ। ਫਿਰ ਗੱਲ ਆਉਂਦੀ ਹੈ ਦੁਨਿਆਵੀ ਚੀਜ਼ਾਂ ਦੀ। ਪਦਾਰਥਵਾਦ ਨੂੰ ਵੀ ਵਿਅਰਥ ਦੱਸਿਆ ਗਿਆ ਹੈ। ਦੁਨੀਆ ਭਰ ਦੇ ਪਦਾਰਥਾਂ ਦੇ ਢੇਰ ਲਾਉਣ ਨਾਲ ਵੀ ਮਨ ਦੀ ਭੁੱਖ ਕਦੇ ਨਹੀਂ ਮਿਟਦੀ। ਅਤੇ ਅਖੀਰ ਵਿੱਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਸਿਰਫ ਬੁੱਧੀ ਦੀ ਚਤੁਰਾਈ ਜਾਂ ਹਜ਼ਾਰਾਂ ਦਾਰਸ਼ਨਿਕ ਗੱਲਾਂ ਕਰਕੇ ਸੱਚਾਈ ਨੂੰ ਨਹੀਂ ਪਾਇਆ ਜਾ ਸਕਦਾ। ਇਹ ਸਾਰੀਆਂ ਚਲਾਕੀਆਂ ਇੱਥੇ ਹੀ ਰਹਿ ਜਾਂਦੀਆਂ ਹਨ। ਤਾਂ ਫਿਰ ਸਵਾਲ ਉਹੀ ਹੈ, ਜੇ ਇਹਨਾਂ ਵਿੱਚੋਂ ਕੋਈ ਵੀ ਰਾਹ ਕੰਮ ਨਹੀਂ ਕਰਦਾ ਤਾਂ ਫਿਰ ਜਵਾਬ ਕੀ ਹੈ? ਸੱਚੇ ਕਿਵੇਂ ਬਣਿਆ ਜਾਵੇ? ਬਾਣੀ ਜੀਵਨ ਦੇ ਇਸ ਸਭ ਤੋਂ ਵੱਡੇ ਸਵਾਲ ਦਾ ਇੱਕ ਬਹੁਤ ਹੀ ਗਹਿਰਾ ਅਤੇ ਸਿੱਧਾ ਹੱਲ ਦਿੰਦੀ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਸ ਰਸਤੇ ਨੂੰ ਹੁਕਮ ਕਿਹਾ ਜਾਂਦਾ ਹੈ। ਹੁਕਮ ਯਾਨੀ ਉਹ ਰੱਬੀ ਇੱਛਾ ਜਾਂ ਬ੍ਰਹਮੰਡੀ ਕਾਨੂੰਨ ਜੋ ਇਸ ਪੂਰੀ ਕਾਇਨਾਤ ਨੂੰ, ਪੂਰੀ ਹੋਂਦ ਨੂੰ ਚਲਾ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਹਰ ਚੀਜ਼, ਦੁਨੀਆ ਦੇ ਸਾਰੇ ਸਰੂਪ, ਜੀਵਨ ਦਾ ਪੈਦਾ ਹੋਣਾ, ਕਿਸੇ ਨੂੰ ਵਡਿਆਈ ਮਿਲਣੀ, ਕਿਸੇ ਦਾ ਉੱਚਾ ਜਾਂ ਨੀਵਾਂ ਹੋਣਾ, ਦੁੱਖ ਸੁੱਖ ਦਾ ਆਉਣਾ,
ਸਭ ਕੁਝ, ਬਿਲਕੁਲ ਸਭ ਕੁਝ ਉਸੇ ਇੱਕ ਬ੍ਰਹਮੰਡੀ ਹੁਕਮ ਦੇ ਅੰਦਰ ਹੀ ਹੋ ਰਿਹਾ ਹੈ, ਕੁਝ ਵੀ ਉਸ ਤੋਂ ਬਾਹਰ ਨਹੀਂ ਹੈ। ਅਤੇ ਜਦੋਂ ਕਿਸੇ ਨੂੰ ਇਸ ਹੁਕਮ ਦੀ ਸੱਚਮੁੱਚ ਸਮਝ ਆ ਜਾਂਦੀ ਹੈ ਤਾਂ ਉਸ ਦੀ ਹਉਮੈ ਯਾਨੀ ਮੈਂ ਕਰਨੇ ਵਾਲਾ ਹਾਂ ਦਾ ਜੋ ਅਹਿਸਾਸ ਹੈ ਉਹ ਆਪਣੇ ਆਪ ਖਤਮ ਹੋ ਜਾਂਦਾ ਹੈ, ਕਿਉਂਕਿ ਇਹ ਸਾਫ਼ ਹੋ ਜਾਂਦਾ ਹੈ ਕਿ ਅਸੀਂ ਤਾਂ ਇੱਕ ਬਹੁਤ ਵੱਡੇ ਨਿਯਮ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹਾਂ। ਇਹ ਗੱਲ ਸਾਨੂੰ ਇੱਕ ਅੰਤਿਮ ਸਵਾਲ ਨਾਲ ਛੱਡ ਜਾਂਦੀ ਹੈ। ਜੇ ਸਭ ਕੁਝ ਪਹਿਲਾਂ ਹੀ ਉਸ ਰੱਬੀ ਹੁਕਮ ਵਿੱਚ ਹੋ ਰਿਹਾ ਹੈ ਤਾਂ ਫਿਰ ਸੁਚੇਤ ਤੌਰ ਤੇ ਉਸ ਦੇ ਰਸਤੇ ਤੇ ਚੱਲਣ ਦਾ ਅਸਲ ਮਤਲਬ ਕੀ ਹੈ? ਸ਼ਾਇਦ ਇਸੇ ਵਿਰੋਧਾਭਾਸ ਨੂੰ ਸਮਝਣਾ ਹੀ ਅਸਲ ਅਧਿਆਤਮਿਕ ਮਾਰਗ ਹੈ।